ਨੈਕਸਟ ਹੈ ਸਾਡੇ ਕੋਲ ਹਾਂਜੀ ਇੰਪੋਰਟੈਂਸ ਆਫ ਫਿਕਸਡ ਐਂਡ ਦਾ ਵੇਰੀਏਬਲ ਕਾਸਟ ਇਨ ਦਾ ਥਿਊਰੀ ਆਫ ਵੈਲਿਊ। ਇਹ ਕੀਮਤ ਨਿਰਧਾਰਨ ਵਿੱਚ ਸਥਿਰ ਅਤੇ ਪਰਿਵਰਤਨਸ਼ੀਲ ਲਾਗਤਾਂ ਦੀ ਕੀ ਇੰਪੋਰਟੈਂਸ ਆ। ਕਹਿੰਦੇ ਕੀਮਤ ਨਿਰਧਾਰਨ ਦੇ ਪੱਖੋਂ ਸਥਿਰ ਅਤੇ ਪਰਿਵਰਤਨਸ਼ੀਲ ਲਾਗਤਾਂ ਦੇ ਅੰਤਰ ਦੇ ਕਾਰਨਾਂ ਤੋਂ ਮਹੱਤਵਪੂਰਨ ਹੈ। ਕੀ ਕਾਰਨ ਹੈ? ਕਹਿੰਦਾ ਕਿ ਫਸਟ ਕਿ ਹਰ ਉਤਪਾਦਕ ਆਪਣੇ ਉਤਪਾਦ ਨੂੰ ਵੇਚਦੇ ਸਮੇਂ ਉਹਦੀ ਮੇਨ ਕੋਸ਼ਿਸ਼ ਕੀ ਹੁੰਦੀ ਹੈ ਕਿ ਉਤਪਾਦਨ ਜਿਹੜਾ ਆ ਮੱਤ ਨੂੰ ਵੇਚ ਕੇ ਉਸ ਦੀ ਕੁੱਲ ਲਾਗਤ ਪੂਰੀ ਹੋ ਜਾ, ਮਤਲਬ ਕਿ ਜਿੰਨਾ ਉੱਤੇ ਖਰਚਾ ਆਇਆ ਉਹ ਸਾਰੇ ਦਾ ਸਾਰਾ ਕਵਰ ਹੋ ਜਾਵੇ। ਕਿਉਂਕਿ ਜੇਕਰ ਕੁੱਲ ਲਾਗਤ ਪੂਰੀ ਨਹੀਂ ਹੁੰਦੀ ਤਾਂ ਉਤਪਾਦਕ ਨੂੰ ਨੁਕਸਾਨ ਉਠਾਉਣਾ ਕਰਨਾ ਪੈਂਦਾ ਆ। ਅਜਿਹੀ ਹਾਲਤ ਵਿੱਚ ਉਸਦੇ ਸਾਹਮਣੇ ਇਹ ਸਵਾਲ ਹੁੰਦਾ ਹੈ ਕਿ ਉਹ ਉਤਪਾਦਨ ਜਾਰੀ ਰੱਖੇਗਾ ਜਾਂ ਬੰਦ ਕਰ, ਮਤਲਬ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਪ੍ਰੋਡਕਟੀਵਿਟੀ ਘੱਟ ਆ ਅਤੇ ਸਾਨੂੰ ਇਨਕਮ ਘੱਟ ਹੋ ਰਹੀ ਹੈ ਅਤੇ ਸਾਡਾ ਖਰਚਾ ਜਿਹੜਾ ਜ਼ਿਆਦਾ ਹੋ ਰਿਹਾ, ਜਿਹਦੇ ਕਰਕੇ ਕਹਿੰਦੇ ਕਿ ਹੁਣ ਉੱਥੇ ਉਤਪਾਦਕ ਨੇ ਇਹ ਦੇਖਣਾ ਆ ਕਿ ਉਤਪਾਦਨ ਜਾਰੀ ਰੱਖੇਗਾ ਬੰਦ ਕਰੇਗਾ। ਜੇਕਰ ਉਹ ਨੁਕਸਾਨ ਬਰਦਾਸ਼ਤ ਕਰਕੇ ਵੀ ਆਪਣਾ ਉਤਪਾਦਨ ਜਾਰੀ ਰੱਖਦਾ ਹੈ ਤਾਂ ਅਧਿਕਤਮ ਕਿੰਨਾ ਨੁਕਸਾਨ ਉਠਾ ਸਕਦਾ ਹੈ। ਉਸ 'ਤੇ ਇਸ ਸਵਾਲ ਦਾ ਜਵਾਬ ਸਥਿਰ ਅਤੇ ਪਰਿਵਰਤਨਸ਼ੀਲ ਲਾਗਤਾਂ ਤੋਂ ਮਿਲਦਾ ਹੈ। ਲੌਂਗ ਪੀਰੀਅਡ ਦੇ ਦੌਰਾਨ ਕੀ ਹੁੰਦਾ ਹੈ ਕਿ ਉਤਪਾਦਕ ਉਸ ਸਮੇਂ ਉਤਪਾਦਨ ਕਰਦਾ ਹੈ ਜਦੋਂ ਉਸਦੀ ਕੁੱਲ ਆਮਦਨ ਕੁੱਲ ਲਾਗਤ ਦੇ ਬਰਾਬਰ ਹੁੰਦੀ ਹੈ, ਮਤਲਬ ਉਨੀ ਦੇਰ ਆਪਾਂ ਉਤਪਾਦਨ ਕਰਦੇ ਜਾਂਦੇ ਹਾਂ ਅਤੇ ਜਦੋਂ ਸਾਡੀ ਜਿਹੜੀ ਆ ਕੁੱਲ ਆਮਦਨ ਘੱਟ ਜਾਵੇ, ਕੁੱਲ ਲਾਗਤ ਵੱਧ ਜਾਵੇ, ਮਤਲਬ ਖਰਚਾ ਵੱਧ ਜਾਵੇ, ਆਮਦਨ ਘੱਟ ਜਾਵੇ, ਉਦੋਂ ਅਸੀਂ ਉਤਪਾਦਨ ਜਿਹੜਾ ਬੰਦ ਕਰ ਸਕਦੇ ਹਾਂ ਲੌਂਗ ਪੀਰੀਅਡ ਦੇ ਦੌਰਾਨ। ਬਟ ਇਨ ਦਾ ਸ਼ਾਰਟ ਪੀਰੀਅਡ ਉਤਪਾਦਕ ਉਦਯੋਗ ਨੂੰ ਛੱਡ ਕੇ ਨਹੀਂ ਜਾ ਸਕਦਾ, ਇਸ ਲਈ ਉਸਨੂੰ ਕਈ ਵਾਰੀ ਨੁਕਸਾਨ ਉਠਾ ਕੇ ਵੀ ਜਿਹੜਾ ਉਤਪਾਦਨ ਆ ਉਹਨੂੰ ਕਰਨਾ ਹੀ ਪੈਂਦਾ ਆ। ਸ਼ਾਰਟ ਪੀਰੀਅਡ ਦੇ ਦੌਰਾਨ ਥੋੜ੍ਹੇ ਸਮੇਂ ਦੌਰਾਨ ਕੀ ਹੁੰਦਾ ਕਿ ਉਤਪਾਦਕ ਦਾ ਅਧਿਕਤਮ ਨੁਕਸਾਨ ਉਸਦੀ ਸਥਿਰ ਲਾਗਤ ਦੇ ਬਰਾਬਰ ਹੋ ਸਕਦਾ ਆ, ਕਿਉਂਕਿ ਜੇਕਰ ਫਰਮ ਉਤਪਾਦਨ ਬੰਦ ਵੀ ਕਰ ਦਿੰਦੀ ਹੈ ਤਾਂ ਇਹ ਲਾਗਤਾਂ ਤਾਂ ਫਰਮ ਨੂੰ ਸਹਿਣ ਕਰਨੀਆਂ ਹੀ ਪੈਂਦੀਆਂ, ਕਿਉਂਕਿ ਸਾਡੇ ਕੋਲ ਦੋ ਤਰ੍ਹਾਂ ਦੀਆਂ ਲਾਗਤਾਂ ਹੁੰਦੀਆਂ, ਸਥਿਰ ਲਾਗਤਾਂ ਅਤੇ ਪਰਿਵਰਤਨਸ਼ੀਲ ਲਾਗਤਾਂ। ਠੀਕ ਹੈ, ਸਥਿਰ ਲਾਗਤਾਂ ਕਿਹੜੀਆਂ ਹੁੰਦੀਆਂ ਆ? ਜਿੱਦਾਂ ਮਤਲਬ ਕਿ ਜੇਕਰ ਅਸੀਂ ਇੰਡਸਟਰੀ ਬੰਦ ਵੀ ਕੀਤੀ ਹੋਈ ਆ, ਸਾਨੂੰ ਉਹਦਾ ਇਲੈਕਟ੍ਰੀਸਿਟੀ ਬਿੱਲ ਪੇ ਕਰਨਾ ਪੈਣਾ। ਠੀਕ ਹੈ, ਜਿਹੜਾ ਮਸ਼ੀਨਾਂ ਟੁੱਟ ਭੱਜ ਵਗੈਰਾ ਹੁੰਦੀ ਆ ਉਹਦੀ ਰਿਪੇਅਰ ਦੇ ਉੱਤੇ ਸਾਨੂੰ ਖਰਚਾ ਕਰਨਾ ਹੀ ਪੈਣਾ, ਇਹ ਸਥਿਰ ਲਾਗਤਾਂ ਆ। ਹੁਣ ਕਹਿੰਦੇ ਕਿ ਜੇਕਰ ਅਸੀਂ ਉਤਪਾਦਨ ਆਪਣਾ ਬੰਦ ਵੀ ਕਰ ਦਿੰਦੇ ਹਾਂ ਸਾਨੂੰ ਉਹ ਤਾਂ ਸਹਿਣ ਕਰਨੀਆਂ ਪੈਂਦੀਆਂ, ਜਿਹਦੇ ਕਰਕੇ ਸ਼ਾਰਟ ਪੀਰੀਅਡ ਦੌਰਾਨ ਕੀ ਹੁੰਦਾ, ਪ੍ਰੋਡਿਊਸਰ ਹਮੇਸ਼ਾ ਹੀ ਚਾਹੁੰਦਾ ਹੈ ਕਿ ਜਿੰਨਾ ਚਿਰ ਉਹਦੀ ਜਿਹੜੀ ਆ ਫਿਕਸਡ ਕਾਸਟ ਆ ਉਹ ਕਵਰ ਹੁੰਦੀ ਆ ਉਨੀ ਦੇਰ ਤੱਕ ਉਹ ਆਪਣਾ ਉਤਪਾਦਨ ਜਿਹੜਾ ਉਹ ਜਾਰੀ ਰੱਖਦਾ ਆ। ਇਸ ਲਈ ਅਲਪਕਾਲ ਵਿੱਚ ਫਰਮ ਨੁਕਸਾਨ ਉਠਾ ਕੇ ਵੀ ਉਸ ਸਮੇਂ ਤੱਕ ਉਤਪਾਦਨ ਜਾਰੀ ਰੱਖਦੇ ਆ ਜਦ ਤੱਕ ਉਤਪਾਦਨ ਕਰਕੇ ਆਪਣੀਆਂ ਪੂਰੀਆਂ ਪਰਿਵਰਤਨਸ਼ੀਲ ਲਾਗਤਾਂ ਸਥਿਰ ਲਾਗਤਾਂ ਦਾ ਕੁਝ ਅੰਸ਼ ਪੂਰਾ ਕਰ ਸਕਦੀ ਹੈ। ਅਤੇ ਸਪਸ਼ਟ ਹੈ ਕਿ ਅਲਪਕਾਲ ਦੇ ਵਿੱਚ ਕੀਮਤ ਦੇ ਘੱਟ ਹੋਣ 'ਤੇ ਫਰਮ ਉਤਪਾਦਨ ਦੇ ਜਾਰੀ ਰੱਖਣ ਜਾਂ ਬੰਦ ਕਰਨ ਦਾ ਫੈਸਲਾ ਸਥਿਰ ਅਤੇ ਪਰਿਵਰਤਨਸ਼ੀਲ ਲਾਗਤਾਂ ਦੇ ਆਧਾਰ ਦੇ ਉੱਪਰ ਹੀ ਲੈਂਦੀ ਹੈ। ਪੂਰਤੀ ਦੀਆਂ ਦਿਸ਼ਾਵਾਂ ਦੇ ਵਿੱਚ ਸਥਿਰ ਅਤੇ ਪਰਿਵਰਤਨਸ਼ੀਲ ਲਾਗਤ ਦੇ ਅੰਤਰ ਦੀ ਮੱਦ ਦੇ ਨਾਲ ਸਮੇਂ ਵਿੱਚ ਪਰਿਵਰਤਨ ਹੋਣ ਦੇ ਕਾਰਨ ਪੂਰਤੀ ਦੀਆਂ ਦਿਸ਼ਾਵਾਂ ਦੇ ਅੰਤਰ ਨੂੰ ਸਮਝਿਆ ਜਾ ਸਕਦਾ ਹੈ। ਜਿਵੇਂ ਸ਼ਾਰਟਕਾਟ ਦੇ ਵਿੱਚ ਸਮਾਂ ਘੱਟ ਹੋਣ ਦੇ ਕਾਰਨ ਫਰਮ ਕੁਝ ਸਾਧਨਾਂ ਦੀ ਮਾਤਰਾ ਵਿੱਚ ਪਰਿਵਰਤਨ ਨਾ ਕਰ ਸਕਣ ਅਤੇ ਕੁਝ ਸਾਧਨਾਂ ਦੇ ਇਸ਼ਟਤਮ ਸੰਯੋਗ ਪ੍ਰਾਪਤ ਨਹੀਂ ਕਰ ਸਕਦੀ, ਜਦੋਂ ਕਿ ਲੌਂਗ ਪੀਰੀਅਡ ਦੇ ਦੌਰਾਨ ਕੀ ਹੁੰਦਾ, ਫਰਮ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਹੁੰਦੇ ਆ ਜਿਹਦੇ ਕਰਕੇ ਉਹ ਇਸ਼ਟਤਮ ਸੰਯੋਗ ਨੂੰ ਪ੍ਰਾਪਤ ਕਰ ਸਕਦੀ ਹੈ। ਨੈਕਸਟ ਹੈ ਸਾਡੇ ਕੋਲ ਸ਼ਾਰਟ ਰਨ ਕਾਸਟ। ਸ਼ਾਰਟ ਰਨ ਦੀ ਐਵਰੇਜ ਕਾਸਟ ਤੇ ਸ਼ਾਰਟ ਰਨ ਦੀ ਵੇਰੀਏਬਲ ਕਾਸਟ। ਠੀਕ ਹੈ, ਫਸਟ ਹੈਗੀ ਸ਼ਾਰਟ ਰਨ ਦੀ ਕਾਸਟ। ਸਾਡੇ ਕੋਲ ਕਿਹੜੀ ਆਉਂਦੀ ਐਵਰੇਜ ਕਾਸਟ, ਐਵਰੇਜ ਫਿਕਸਡ ਕਾਸਟ ਐਂਡ ਦਾ ਐਵਰੇਜ ਵੇਰੀਏਬਲ ਕਾਸਟ। ਐਵਰੇਜ ਫਿਕਸਡ ਕਾਸਟ ਕੀ ਹੈ? ਕਹਿੰਦੇ ਕਿ ਔਸਤ ਸਥਿਰ ਲਾਗਤ ਕੁੱਲ ਸਥਿਰ ਲਾਗਤ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰਕੇ ਕੱਢੀ ਜਾਂਦੀ ਹੈ। ਠੀਕ ਹੈ, ਐਵਰੇਜ ਫਿਕਸਡ ਕਾਸਟ ਕੀ ਆ ਕਿ ਜਿਹੜੀ ਟੋਟਲ ਫਿਕਸਡ ਕਾਸਟ ਹੁੰਦੀ ਆ ਉਹਨੂੰ ਅਸੀਂ ਜਦੋਂ ਆਊਟਪੁੱਟ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ ਸਾਡੇ ਕੋਲ ਜਿਹੜੀ ਆ ਐਵਰੇਜ ਉਹਦੀ ਨਿਕਲ ਜਾਂਦੀ ਹੈ, ਐਵਰੇਜ ਫਿਕਸਡ ਕਾਸਟ ਆ ਜਾਂਦੀ ਹੈ। ਠੀਕ ਹੈ, ਹੁਣ ਜਿੱਦਾਂ ਸਾਨੂੰ ਅਸੀਂ ਪਹਿਲਾਂ ਕੀਤਾ ਸੀ, ਸਾਨੂੰ ਫਿਕਸਡ ਕਾਸਟ ਦਿੱਤੀ ਹੋਈ ਸੀ। ਠੀਕ ਹੈ, ਫਿਕਸ ਮਤਲਬ ਸਥਿਰ ਰਹਿੰਦੀ ਹੈ, ਚਾਹੇ ਅਸੀਂ ਉਤਪਾਦਨ 1 ਇਕਾਈ ਦਾ ਕਰਦੇ, 2 ਦਾ ਕਰਦੇ, 3 ਦਾ, ਜੇਕਰ ਅਸੀਂ 0 ਦਾ ਵੀ ਕਰਦੇ ਹਾਂ ਫਿਕਸਡ ਕਾਸਟ ਫਿਕਸਡ ਹੀ ਰਹੇਗੀ, ਇਹਦੇ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਠੀਕ ਹੈ, ਅਸੀਂ ਇਹਦੀ ਐਵਰੇਜ ਕੱਢਣੀ ਆ, ਫਿਕਸਡ ਕਾਸਟ ਨੂੰ ਅਸੀਂ ਆਊਟਪੁੱਟ ਦੇ ਨਾਲ ਡਿਵਾਈਡ ਕਰ ਦਾਂਗੇ, ਸਾਡੇ ਕੋਲ ਐਵਰੇਜ ਨਿਕਲੇਗੀ। ਹੁਣ ਐਵਰੇਜ ਕਾਸਟ ਦੇਖੋ ਲਗਾਤਾਰ ਘਟਦੀ ਆ ਰਹੀ ਆ। ਠੀਕ ਹੈ, ਦੇਟ ਮੀਨਸ ਕਿ ਇਹਦਾ ਕਰਵ ਕਿਹੋ ਜਿਹਾ ਬਣੇਗਾ, ਇੱਧਰਲੀ ਸਾਈਡ ਤੇ ਐਵਰੇਜ ਕਾਸਟ ਫਿਕਸਡ ਕਾਸਟ ਆ ਗਈ ਸਾਡੇ ਕੋਲ, ਇੱਧਰ ਆਊਟਪੁੱਟ ਆ। ਠੀਕ ਹੈ, ਐਵਰੇਜ ਕਾਸਟ ਪਹਿਲਾਂ 200 ਦੀ ਆ, ਫਿਰ 100 ਦੀ ਹੋ ਗਈ, 66, 50, 40, 33, 28 ਔਰ 25। ਲਗਾਤਾਰ ਜਿਹੜੀ ਆ ਐਵਰੇਜ ਫਿਕਸਡ ਕਾਸਟ ਆ ਉਹ ਘਟਦੀ ਆ ਰਹੀ ਹੈ। ਠੀਕ ਆ, ਉਸ ਤੋਂ ਬਾਅਦ ਹੈਗੀ ਐਵਰੇਜ ਵੇਰੀਏਬਲ ਕਾਸਟ। ਐਵਰੇਜ ਵੇਰੀਏਬਲ ਕਾਸਟ ਕੀ ਆ ਕਿ ਜਦੋਂ ਅਸੀਂ ਟੋਟਲ ਵੇਰੀਏਬਲ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ ਸਾਡੇ ਕੋਲ ਜਿਹੜੀ ਆ ਐਵਰੇਜ ਵੇਰੀਏਬਲ ਕਾਸਟ ਆ ਜਾਂਦੀ ਹੈ, ਪਰਿਵਰਤਨਸ਼ੀਲ ਲਾਗਤ ਨੂੰ ਅਸੀਂ ਕਹਿੰਦੇ ਹਾਂ। ਠੀਕ ਆ, ਹੁਣ ਇਹ ਵੀ ਕੀ ਆ ਕਿ ਸਾਨੂੰ ਪਰਿਵਰਤਨਸ਼ੀਲ ਲਾਗਤ ਦਿੱਤੀ ਹੋਈ ਆ। ਠੀਕ ਹੈ, ਪਰਿਵਰਤਨਸ਼ੀਲ ਲਾਗਤ ਕੀ ਆ ਕਿ ਜਦੋਂ ਸਾਡੀ ਆਊਟਪੁੱਟ 0 ਆ ਵੇਰੀਏਬਲ ਕਾਸਟ ਵੀ 0 ਹੋਏਗੀ। ਜਿੱਦਾਂ ਦਾ ਆਊਟਪੁੱਟ ਵੇਰੀ ਕਰਦੀ ਆ, ਚੇਂਜ ਹੁੰਦੀ ਆ, ਇਨਕਰੀਜ਼ ਕਰਦੀ ਆ, ਸਾਡੀ ਵੇਰੀਏਬਲ ਕਾਸਟ ਵੀ ਇਨਕਰੀਜ਼ ਕਰੇਗੀ। ਜਦੋਂ ਅਸੀਂ ਵੇਰੀਏਬਲ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰਦੇ ਹਾਂ ਸਾਡੇ ਕੋਲ ਜਿਹੜੀ ਆ ਐਵਰੇਜ ਵੇਰੀਏਬਲ ਕਾਸਟ ਆ ਜਾਂਦੀ। ਹੁਣ ਐਵਰੇਜ ਵੇਰੀਏਬਲ ਕਾਸਟ ਦੇਖੋ ਕੀ ਹੈ, ਪਹਿਲਾਂ 50 ਹੈ, 45, 40, 43। ਪਹਿਲਾਂ ਇਹ ਵੇਰੀਏਬਲ ਕਾਸਟ ਲਗਾਤਾਰ ਘਟਦੀ ਪਈ ਆ। ਠੀਕ ਹੈ, ਉਸ ਤੋਂ ਬਾਅਦ ਕੀ ਹੋ ਗਿਆ, ਇਨਕਰੀਜ਼ ਕਰਨਾ ਸਟਾਰਟ ਕਰਦੇ। ਕਿਉਂਕਿ ਮੈਕਸਿਮਮ ਆਊਟਪੁੱਟ ਜਦੋਂ ਪ੍ਰੋਡਿਊਸ ਹੋਣਾ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਸਾਡੀ ਵੇਰੀਏਬਲ ਕਾਸਟ ਜਿਹੜੀ ਆ ਪਹਿਲਾਂ ਲਗਾਤਾਰ ਜਿਹੜੀ ਆ
ਉਹ ਇਹ ਲਗਾਤਾਰ ਵੱਧਦੀ ਆ, ਠੀਕ ਹੈ, ਬਟ ਵਧਣ ਦੀ ਦਰ ਜਿਹੜੀ ਉਹ ਘੱਟ ਸਟਾਰਟ ਹੋਣੀ ਸ਼ੁਰੂ ਹੁੰਦੀ, ਜਿਹਦੇ ਕਰਕੇ ਜਿਹੜੀ ਵੇਰੀਏਬਲ ਕਾਸਟ ਆ ਸਾਡੀ ਪਹਿਲਾਂ ਘਟਦੀ ਆ ਫਿਰ ਵਧਣਾ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਯੂ ਸ਼ੇਪ ਆਕਾਰ ਦੀ ਹੁੰਦੀ ਹੈ ਵੇਰੀਏਬਲ ਕਾਸਟ। ਹੁਣ ਜੇਕਰ ਅਸੀਂ ਟੋਟਲ ਐਵਰੇਜ ਕਾਸਟ ਦੀ ਗੱਲ ਕਰਦੇ ਹਾਂ, ਐਵਰੇਜ ਕਾਸਟ ਸਾਨੂੰ ਕਿੱਦਾਂ ਪਤਾ ਚੱਲਦੀ ਆ? ਜਾਂ ਤਾਂ ਤੁਸੀਂ ਕਰ ਸਕਦੇ ਆ ਐਵਰੇਜ ਵੇਰੀਏਬਲ ਕਾਸਟ ਪਲੱਸ ਐਵਰੇਜ ਫਿਕਸਡ ਕਾਸਟ, ਦੋਨਾਂ ਨੂੰ ਪਲੱਸ ਕਰਕੇ, ਜਾਂ ਅਸੀਂ ਕੱਢ ਸਕਦੇ ਹਾਂ ਟੋਟਲ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰਕੇ। ਪ੍ਰਤੀ ਇਕਾਈ ਲਾਗਤ ਜਿਹੜੀ ਆ ਉਹਨੂੰ ਔਸਤ ਲਾਗਤ ਵੀ ਕਿਹਾ ਜਾਂਦਾ, ਠੀਕ ਆ। ਪਰ ਜਿੰਨਾ ਆਪਾਂ ਕਾਸਟ ਫਾਈਂਡ ਕਰਨੀ ਹੈ ਕਿ ਇੱਕ ਕਮੋਡਿਟੀ ਪ੍ਰੋਡਿਊਸ ਕਰਨ ਦੇ ਸਾਨੂੰ ਕਿੰਨਾ ਖਰਚਾ ਆਇਆ, ਠੀਕ ਆ। ਜਾਂ ਤੁਸੀਂ ਕਰ ਸਕਦੇ ਐਵਰੇਜ ਫਿਕਸਡ ਕਾਸਟ ਪਲੱਸ ਐਵਰੇਜ ਵੇਰੀਏਬਲ ਕਾਸਟ ਕਰਕੇ, ਜਾਂ ਫਿਰ ਟੋਟਲ ਕਾਸਟ ਨੂੰ ਆਊਟਪੁੱਟ ਦੇ ਨਾਲ ਡਿਵਾਈਡ ਕਰਕੇ। ਦੋਨਾਂ ਤਰੀਕਿਆਂ ਦੇ ਨਾਲ ਆਪਾਂ ਜਿਹੜੀ ਹੈ ਐਵਰੇਜ ਕਾਸਟ ਫਾਈਂਡ ਕਰ ਸਕਦੇ ਹਾਂ। ਆ ਸਾਡੇ ਕੋਲ ਐਵਰੇਜ ਕਾਸਟ ਅਸੀਂ ਪਿੱਛੇ ਕੱਢੀ ਹੈ, ਠੀਕ ਹੈ, ਐਵਰੇਜ ਫਿਕਸਡ ਕਾਸਟ ਆ ਗਈ, ਆ ਵੇਰੀਏਬਲ ਕਾਸਟ ਆ ਗਈ, ਇਹਨਾਂ ਦੋਨਾਂ ਨੂੰ ਐਡ ਕਰ ਦਿਓ, ਸਾਡੇ ਕੋਲ ਜਿਹੜੀ ਐਵਰੇਜ ਕਾਸਟ ਆ ਗਈ। ਐਵਰੇਜ ਕਾਸਟ ਵੀ ਯੂ ਸ਼ੇਪ ਦੀ ਹੀ ਹੁੰਦੀ ਹੈ, ਦੇਖੋ, ਕਿਉਂਕਿ ਪਹਿਲਾਂ ਲਗਾਤਾਰ ਘਟੇਗੀ ਫਿਰ ਇਹ ਕੀ ਆ ਵਧਣਾ ਸਟਾਰਟ ਕਰ ਦਿੰਦੀ ਇੱਕ ਪੁਆਇੰਟ ਤੋਂ ਬਾਅਦ। ਪਹਿਲਾਂ ਲਗਾਤਾਰ ਘਟਦੀ ਪਈ ਆ, ਫਿਰ ਹੌਲੀ ਹੌਲੀ ਕੀ ਆ ਇਹਨਾਂ ਨੇ ਵਧਣਾ ਸਟਾਰਟ ਕਰਤਾ ਇਹਦਾ ਪੁਆਇੰਟਸ ਦੇ ਅਕੋਰਡਿੰਗ। ਹੁਣ ਵੱਧਦੀ ਕਿਉਂ ਆ? ਕਿਉਂਕਿ ਵੇਰੀਏਬਲ ਕਾਸਟ ਭਾਵੇਂ ਜਿਹੜੀ ਆ ਐਵਰੇਜ ਕਾਸਟ ਸਾਡੀ ਲਗਾਤਾਰ ਘਟਦੀ ਆ, ਬਟ ਜਿਹੜੀ ਵੇਰੀਏਬਲ ਕਾਸਟ ਆ ਉਹ ਕੀ ਆ ਪਹਿਲਾਂ ਘਟਦੀ ਆ ਫਿਰ ਵਧਣਾ ਸਟਾਰਟ ਕਰ ਦਿੰਦੀ ਹੈ। ਦੋਨਾਂ ਦਾ ਕੰਬੀਨੇਸ਼ਨ ਹੋਣ ਦੇ ਕਾਰਨ ਜਿਹੜੀ ਐਵਰੇਜ ਕਾਸਟ ਆ ਇਹ ਵੀ ਵਧਣਾ ਸਟਾਰਟ ਕਰਦੀ ਹੈ ਇੱਕ ਦਰ ਤੋਂ ਬਾਅਦ।